ਗੁਰੂ ਸਾਹਿਬ ਦੇ ਜੀਵਨ ਦੇ ਨਾਲ ਸੰਬੰਧਿਤ ਮੈਂ ਕੇਵਲ ਤੇ ਕੇਵਲ ਉਹੀ ਘਟਨਾਵਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਜਿਨ੍ਹਾਂ ਘਟਨਾਵਾਂ ਦੇ ਬਾਰੇ ਅਸੀਂ ਬਹੁਤ ਘੱਟ ਜਾਣਦੇ ਹਾਂ, ਜਾਂ ਫਿਰ ਜਿਨ੍ਹਾਂ ਦੀ ਜਾਣਕਾਰੀ ਸਾਨੂੰ ਬਹੁਤ ਘੱਟ ਹੈ। ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਸੀ ਕਿ ਚੱਲਦੇ ਹੋਏ ਲੜੀਵਾਰ ਇਤਿਹਾਸ ਦੇ ਵਿੱਚ ਸਾਨੂੰ ਇੰਨਾ ਕੀ ਸੁਣਾਇਆ ਜਾਂਦਾ ਗੁਰੂ ਸਾਹਿਬ ਦੇ ਬਾਰੇ ਕਿ ਉਹਨਾਂ ਨੇ ਕੇਵਲ ਤੇ ਕੇਵਲ ਹਿੰਦੂ ਧਰਮ ਦੀ ਰੱਖਿਆ ਦੇ ਵਾਸਤੇ ਆਪਣਾ ਸ਼ਹਾਦਤ ਦੇ ਦਿੱਤੀ। ਪਰ ਇੱਕ ਲੰਬਾ ਸਮਾਂ ਜ਼ਿੰਦਗੀ ਦੇ ਵਿੱਚ ਜਿੰਨਾ ਉਹਨਾਂ ਨੇ ਪ੍ਰਚਾਰ ਕੀਤਾ ਹੈ, ਜਿਸ ਤਰ੍ਹਾਂ ਦੇ ਨਾਲ ਕੀਤਾ ਹੈ, ਜਿਸ ਵੇਲੇ ਗੁਰੂ ਸਾਹਿਬ ਧਮਤਾਨ ਸਾਹਿਬ ਆਏ ਨੇ, ਉੱਥੇ ਰਾਮਦੇਵ ਨਾਮ ਦੇ ਸਿੱਖ ਨੂੰ ਖਿਤਾਬ ਦਿੱਤਾ ਭਾਈ ਮੀਹਾਂ ਜੀ। ਕਿਉਂ ਦਿੱਤਾ? ਸੇਵਾ ਦੇ ਕਰਕੇ। ਔਰ ਉਸ ਤੋਂ ਬਾਅਦ ਜਿਹੜੀਆਂ ਬਖਸ਼ਿਸ਼ਾਂ ਕੀਤੀਆਂ ਉਸ ਨੂੰ, ਉਹ ਬੜੀਆਂ ਵਿਲੱਖਣ ਨੇ। ਥਾਪਿਆਂ ਤੇ ਪ੍ਰਚਾਰਕ ਤੇ ਬਖਸ਼ਿਸ਼ਾਂ ਨਾਲ ਦੋ ਹੋਰ ਵੀ ਕੀਤੀਆਂ ਨੇ। ਭਾਈ ਰਾਮਦੇਵ ਜੀ ਜਦੋਂ ਵੀ ਗੁਰੂ ਸਾਹਿਬ ਕਿਤੇ ਚੱਲ ਕੇ ਆ ਰਹੇ ਹੁੰਦੇ ਸੀ ਤੇ ਉਸ ਰਸਤੇ ਦੇ ਉੱਪਰ ਪਾਣੀ ਛਿੜਕਾਉਣਾ ਸ਼ੁਰੂ ਕਰ ਦਿੰਦੇ ਸੀ ਵੀ ਕਿਤੇ ਜ਼ਮੀਨ ਦੇ ਉੱਪਰੋਂ ਘੱਟਾ ਉੱਡ ਕੇ ਗੁਰੂ ਸਾਹਿਬ ਦੀ ਪੋਸ਼ਾਕ ਦੇ ਉੱਪਰ ਨਾ ਪੈ ਜਾਵੇ। ਜਿੱਧਰ ਵੀ ਗੁਰੂ ਸਾਹਿਬ ਨੇ ਜਾਣਾ ਸਾਰਾ ਦਿਨ ਕਰਦੇ ਰਹਿੰਦੇ ਸੀ। ਤੇ ਗੁਰੂ ਸਾਹਿਬ ਨੇ ਇੱਕ ਦਿਨ ਸੰਗਤ ਦੇ ਵਿੱਚ ਬੈਠਿਆ ਕਿਹਾ ਕਿ ਇਹ ਸਿੱਖ ਤਾਂ ਹਰ ਵੇਲੇ ਪਾਣੀ ਦਾ ਮੀਂਹ ਪਾਉਂਦਾ ਰਹਿੰਦਾ ਹੈ। ਤੇ ਉਹਨਾਂ ਨੂੰ ਭਾਈ ਮੀਹਾਂ ਜੀ ਕਹਿਣ ਲੱਗੇ। ਤੇ ਜਦੋਂ ਭਾਈ ਮੀਹਾਂ ਜੀ ਦੇ ਕੋਲੋਂ ਚੱਲਣ ਲੱਗੇ ਤੇ ਜਿਹੜੀ ਬਖਸ਼ਿਸ਼ ਕੀਤੀ ਗੁਰੂ ਸਾਹਿਬ ਨੇ, ਜਿੱਥੇ ਕਿਹਾ ਕਿ ਤੁਸੀਂ ਇਸ ਇਲਾਕੇ ਦੇ ਵਿੱਚ ਪ੍ਰਚਾਰ ਕਰਨਾ ਹੈ, ਉੱਥੇ ਨਾਲ ਦੋ ਚੀਜ਼ਾਂ ਬਖਸ਼ਿਸ਼ ਕੀਤੀਆਂ ਨੇ, ਇੱਕ ਨਗਾਰਾ, ਇੱਕ ਨਿਸ਼ਾਨ ਸਾਹਿਬ। ਹੁਣ ਨਗਾਰਾ ਤੇ ਨਿਸ਼ਾਨ ਸਾਹਿਬ ਇਹ ਦੋਵੇਂ ਇੰਪੀਰੀਅਲਿਜ਼ਮ ਦੀਆਂ ਨਿਸ਼ਾਨੀਆਂ ਨੇ। ਇਹ ਤੇ ਰਾਜਸੀ ਪ੍ਰਭੂ ਸੱਤਾ ਦੀਆਂ ਨਿਸ਼ਾਨੀਆਂ ਨੇ। ਜਿਸ ਵੇਲੇ ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਅਨੰਦਪੁਰ ਸਾਹਿਬ ਦੇ ਪਹਾੜੀ ਰਾਜੇ ਸ਼ਿਕਾਇਤ ਕਰਦੇ ਨੇ ਤਾਂ ਪਹਿਲੀ ਸ਼ਿਕਾਇਤ ਹੀ ਇਹ ਸੀ ਕਿ ਬਗਾਵਤ ਦੀ ਨਿਸ਼ਾਨੀ ਹੈ ਰਣਜੀਤ ਨਗਾਰਾ ਵਜਾਉਣਾ। ਹਿੰਦੁਸਤਾਨ ਦੇ ਜਿਹੜਾ ਮੁਗਲਈ ਟ੍ਰੈਡੀਸ਼ਨ ਹੈ, ਜਿਹੜੀ ਇਹਨਾਂ ਦੀ ਰਾਜ ਸੱਤਾ ਹੈ, ਉਹਦੇ ਮੁਤਾਬਕ ਰਾਜੇ ਤੋਂ ਬਿਨਾਂ ਹੋਰ ਕੋਈ ਨਗਾਰਾ ਵਜਾਉਣ ਦਾ ਅਧਿਕਾਰ ਹੀ ਨਹੀਂ ਰੱਖਦਾ ਸੀ। ਪਰ ਗੁਰੂ ਸਾਹਿਬ ਨਾਵੇਂ ਪਾਤਸ਼ਾਹ ਵੀ ਸਿੱਖ ਨੂੰ ਨਗਾਰੇ ਦੀ ਔਰ ਨਿਸ਼ਾਨ ਦੀ ਬਖਸ਼ਿਸ਼ ਕਰ ਰਹੇ ਨੇ। ਇਹਦਾ ਮਤਲਬ ਕਿ ਸਿੱਖ ਨੇ ਕਿਸੇ ਵੀ ਜ਼ਾਲਿਮ ਰਾਜ ਸੱਤਾ ਦੇ ਅਧੀਨ ਨਹੀਂ ਵਿਚਰਨਾ। ਉਹਦੀ ਇੱਕ ਆਜ਼ਾਦ ਹਸਤੀ ਹੈ, ਉਹਦਾ ਇੱਕ ਨਿਆਰਾਪਨ ਹੈ। ਨੌਵੇਂ ਪਾਤਸ਼ਾਹ ਨੇ ਔਰ 10ਵੇਂ ਪਾਤਸ਼ਾਹ ਨੇ ਵੀ ਰਣਜੀਤ ਨਗਾਰਾ ਬਣਾਇਆ। ਔਰ ਉਸੇ ਹੀ ਰਣਜੀਤ ਨਗਾਰੇ ਦੀ ਪਹਿਲੀ ਸ਼ਿਕਾਇਤ ਜਿਹੜੀ ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਹੁੰਦੀ ਹੈ ਕਿ ਇਹ ਬਗਾਵਤ ਦੀ ਨਿਸ਼ਾਨੀ ਹੈ। ਔਰ ਔਰੰਗਜ਼ੇਬ ਨੇ ਤਾਂ ਜਿਸ ਵੇਲੇ ਉਹਦਾ ਬੇਟਾ ਸ਼ਹਿਜ਼ਾਦਾ ਮੁਅੱਜ਼ਮ, ਜਿਹੜਾ ਬਾਅਦ ਦੇ ਵਿੱਚ ਬਹਾਦਰ ਸ਼ਾਹ ਬਣਦਾ ਹੈ, ਤਾਰਾ ਆਜ਼ਮ ਦੀ ਮੌਤ ਤੋਂ ਬਾਅਦ, ਔਰੰਗਜ਼ੇਬ ਦੀ ਮੌਤ ਤੋਂ ਬਾਅਦ ਜਿਹੜਾ ਇਸ ਦੇਸ਼ ਦੀ ਗੱਦੀ ਦੇ ਉੱਪਰ ਬੈਠਦਾ ਹੈ, ਜਦੋਂ ਸ਼ਹਿਜ਼ਾਦਾ ਮੁਅੱਜ਼ਮ ਨੇ ਕਾਬਲ ਦਾ ਇਲਾਕਾ ਫਤਿਹ ਕੀਤਾ ਤਾਂ ਉਸ ਵੇਲੇ ਔਰੰਗਜ਼ੇਬ ਨੇ ਇਸ ਨੂੰ ਕਾਬਲ ਦਾ ਗਵਰਨਰ ਬਣਾ ਦਿੱਤਾ। ਤੇ ਜਿਸ ਦਿਨ ਇਹ ਕਾਬਲ ਦਾ ਗਵਰਨਰ ਬਣਾਇਆ, ਇਹਨੇ ਆਪਣੀ ਜਿੱਤ ਔਰ ਉੱਥੋਂ ਦਾ ਗਵਰਨਰ ਬਣਨ ਦੀ ਖੁਸ਼ੀ ਦੇ ਵਿੱਚ ਨਗਾਰਾ ਵਜਾ ਦਿੱਤਾ। ਔਰੰਗਜ਼ੇਬ ਦੇ ਕੋਲ ਜਦੋਂ ਸਾਰੀ ਰਿਪੋਰਟ ਪਹੁੰਚੀ ਕਿ ਉਸ ਦੀ ਤਖਤ ਨਸ਼ੀਨੀ ਦੇ ਦੌਰਾਨ ਜਦੋਂ ਗਵਰਨਰ ਬਣਿਆ ਕੀ ਕੁਝ ਹੋਇਆ, ਤੇ ਉਹਦੇ ਵਿੱਚ ਮੈਸੇਂਜਰ ਨੇ, ਕਾਸਿਦ ਨੇ ਇਹ ਵੀ ਲਿਖਿਆ ਸੀ ਕਿ ਨਗਾਰਾ ਵਜਾਇਆ ਗਿਆ। ਔਰੰਗਜ਼ੇਬ ਨੇ ਉਸੇ ਵੇਲੇ ਜਵਾਬੀ ਚਿੱਠੀ ਲਿਖੀ ਆਪਣੇ ਪੁੱਤਰ ਨੂੰ, ਬੇਟਾ ਜੇਕਰ ਤੈਨੂੰ ਬਹੁਤ ਹੀ ਖੁਸ਼ੀ ਸੀ ਤਾਂ 4 ਢੋਲ ਵਜਾ ਲੈਣੇ ਸੀ, ਪਰ ਆਪਣੇ ਬਾਪ ਦੇ ਹੁੰਦਿਆਂ ਇਸ ਦੇਸ਼ 'ਚ ਦੂਜਾ ਨਗਾਰਾ ਨਹੀਂ ਵੱਜ ਸਕਦਾ। ਤੂੰ ਨਗਾਰਾ ਨਹੀਂ ਵਜਾ ਸਕਦਾ। ਔਰੰਗਜ਼ੇਬ ਨੇ ਸ਼ਹਿਜ਼ਾਦਾ ਮੁਅੱਜ਼ਮ ਨੂੰ ਆਪਣੇ ਪੁੱਤਰ ਨੂੰ ਚਿੱਠੀ ਲਿਖ ਦਿੱਤੀ ਸੀ ਤਾਂ ਕਿ ਉਹ ਗੁਰੂ ਸਾਹਿਬ ਦਾ ਖਾਲਸਾਈ ਵਿਲੱਖਣਤਾ ਦਾ ਨਿਸ਼ਾਨ ਨਗਾਰਾ ਜਿਹੜਾ ਪ੍ਰਵਾਨ ਕਰ ਸਕਦਾ ਸੀ। ਉਹਦੇ ਅੰਦਰ ਤਾਂ ਇੰਨੀ ਜ਼ਿਆਦਾ ਕੱਟੜਤਾ, ਇੰਨੀ ਜ਼ਿਆਦਾ ਨਫ਼ਰਤ ਧਰਮਾਂ ਦੇ ਪ੍ਰਤੀ ਭਰੀ ਹੋਈ ਸੀ, ਬਾਕੀ ਧਰਮਾਂ ਦੇ ਪ੍ਰਤੀ। ਉਸ ਤੋਂ ਬਾਅਦ ਇਤਿਹਾਸ ਦੀਆਂ ਕੁਝ ਹੋਰ ਘਟਨਾਵਾਂ ਜਿਨ੍ਹਾਂ ਦਾ ਜ਼ਿਕਰ ਕਰਨਾ ਬੜਾ ਜ਼ਰੂਰੀ ਹੈ। ਵੈਸੇ ਤਾਂ ਬਹੁਤ ਸਾਰੇ ਗੁਰੂ ਸਾਹਿਬ ਦੇ ਜੀਵਨ ਦੇ ਇਤਿਹਾਸ ਦੇ ਵਿੱਚ ਬਹੁਤ ਸਾਰੇ ਐਸੇ ਗੁਰਸਿੱਖਾਂ ਦਾ ਜ਼ਿਕਰ ਮਿਲਦਾ ਹੈ ਜਿਹੜੇ ਗੁਰੂ ਸਾਹਿਬ ਨੂੰ ਜ਼ਿੰਦਗੀ ਦੇ ਵਿੱਚ ਜਿਹੜੀ ਆਸ ਲੈ ਕੇ ਮਿਲੇ ਸੀ, ਉਹ ਆਸ ਗੁਰੂ ਸਾਹਿਬ ਨੇ ਪੂਰੀ ਜ਼ਰੂਰ ਕੀਤੀ। ਬਹੁਤ ਸਾਰਾ ਮਿਲਦਾ ਹੈ, ਪਰ ਮੈਂ 2 ਸਿੱਖਾਂ ਦਾ ਬਹੁਤ ਜ਼ਰੂਰੀ ਜ਼ਿਕਰ ਕਰਨਾ ਚਾਹੁੰਦਾ। ਇੱਕ ਤਾਂ ਮੈਂ ਦੁਪਹਿਰੇ ਵੀ ਕੀਤਾ ਸੀ ਕਿਉਂਕਿ ਮੈਨੂੰ ਇੰਝ ਲੱਗਾ ਕਿ ਇਤਿਹਾਸ ਦੇ ਇਹ ਅੰਸ਼ ਸਾਡੇ ਤੋਂ ਹੌਲੀ ਹੌਲੀ ਖਤਮ ਹੁੰਦੇ ਜਾ ਰਹੇ ਨੇ। 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਜਿਸ ਵੇਲੇ ਮਹਿਰਾਜ ਦੀ ਜੰਗ ਨੂੰ ਜਿੱਤਿਆ, ਬੇਸ਼ੱਕ ਉਹ ਜੰਗ ਜਿੱਤੀ ਗਈ ਪਰ ਬਹੁਤ ਸਾਰੇ ਸਿੱਖ ਵੀ ਸ਼ਹੀਦ ਹੋਏ, ਤੇ ਗੁਰੂ ਹਰਗੋਬਿੰਦ ਸਾਹਿਬ ਸ਼ਹੀਦ ਹੋਏ ਸਿੱਖਾਂ ਦੇ ਸਿਰ ਆਪਣੀ ਗੋਦ 'ਚ ਲੈ ਕੇ ਪਿਆਰ ਕਰਕੇ
ਬਹੁਤ ਪਿਆਰ ਕਰਕੇ ਫਿਰ ਉਹਨਾਂ ਦੇ ਅੰਤਮ ਸੰਸਕਾਰ ਕਰ ਰਹੇ ਸੀ। ਇੱਕ ਸਿੱਖ ਹੈ, ਗੰਟੂਆ ਪਿੰਡ ਦਾ ਰਹਿਣ ਵਾਲਾ, ਮਾਲਵੇ ਦੇ ਵਿੱਚ ਪਿੰਡ ਹੈ। ਉਹ ਸਿੱਖ ਜਿਹੜਾ, ਉਸਦਾ ਨਾਮ ਹੈ ਭਾਈ ਮੁਗਲੂ, ਤੇ ਉਹਦੇ ਮਨ ਦੇ ਵਿੱਚ ਇੱਕ ਗੱਲ ਆਉਂਦੀ ਹੈ ਕਿ ਜ਼ਿੰਦਗੀ ਦੇ ਨਾਲੋਂ ਚੰਗਾ ਸੀ ਮੈਂ ਸ਼ਹੀਦ ਹੀ ਹੋ ਜਾਂਦਾ, ਕਮ ਸੇ ਕਮ ਗੁਰੂ ਸਾਹਿਬ ਆਪਣੀ ਗੋਦ ਦੇ ਵਿੱਚ ਸਿਰ ਰੱਖ ਕੇ ਪਿਆਰ ਤਾਂ ਕਰਦੇ ਨੇ। ਵੇਖੋ, ਆਮ ਇਨਸਾਨ ਜਿਹੜਾ ਉਹ ਜੀਣਾ ਚਾਹੁੰਦਾ ਹੈ, ਤੇ ਸਿੱਖ ਸ਼ਹੀਦ ਹੋਏ ਸਿੱਖਾਂ ਨੂੰ ਵੇਖ ਕੇ, ਗੁਰੂ ਦੇ ਪਿਆਰ ਨੂੰ ਵੇਖ ਕੇ ਕਹਿ ਰਿਹਾ ਕਿ ਨਹੀਂ, ਮੇਰੀ ਜ਼ਿੰਦਗੀ ਦੇ ਨਾਲੋਂ ਇਹ ਮੌਤ ਚੰਗੀ ਹੈ। ਮੌਤ ਤੋਂ ਅਸੀਂ ਸਾਰੇ ਡਰਦੇ ਹਾਂ। ਕਬੀਰ ਸਾਹਿਬ ਦਾ ਫਰਮਾਨ ਹੈ, ਜਿਹ ਮਰਨੇ ਸਭ ਜਗਤ ਤਰਾਸਿਆ, ਸੋ ਮਰਨਾ ਗੁਰ ਸ਼ਬਦ ਪ੍ਰਗਾਸਿਆ। ਅਬ ਕੈਸੇ ਮਰੂ ਮਰਨ ਮਨ ਮਾਨਿਆ, ਮਰ ਮਰ ਜਾਤੇ ਜਿਨ ਰਾਮ ਨਾ ਜਾਣਿਆ। ਮਰਨੋ ਮਰਨ ਕਹੇ ਸਭ ਕੋਈ, ਸਹਿਜ ਮਰੇ ਅਮਰ ਹੋਏ ਸੋਈ। ਕਹਿ ਕਬੀਰ ਮਨ ਭਇਆ ਆਨੰਦਾ, ਗਇਓ ਪਰਮ ਰਹਿਓ ਪਰਮਾਨੰਦਾ। ਹੁਣ ਇੱਥੇ ਸਿੱਖ ਕੀ ਕਹਿ ਰਿਹਾ ਹੈ ਕਿ ਮੇਰੀ ਜ਼ਿੰਦਗੀ ਨਾਲੋਂ, ਮੇਰੇ ਜੀਵਨ ਦੇ ਨਾਲੋਂ ਤਾਂ ਇਹ ਚੰਗੇ ਨੇ ਜਿਨ੍ਹਾਂ ਦੀ ਜ਼ਿੰਦਗੀ ਜਾ ਚੁੱਕੀ ਹੈ। ਕਮ ਸੇ ਕਮ ਸਿਰ ਤਾਂ ਗੁਰੂ ਦੀ ਗੋਦ ਦੇ ਵਿੱਚ ਹੈ ਨਾ। ਬੜੀ ਗੰਭੀਰਤਾ ਦੇ ਨਾਲ, ਸੰਜੀਦਗੀ ਦੇ ਨਾਲ ਇਹ ਗੱਲ ਸੋਚ ਰਹੇ ਨੇ। ਤੇ ਛੇਵੇਂ ਪਾਤਸ਼ਾਹ ਨੇ ਪੁੱਛ ਹੀ ਲਿਆ, ਕਹਿੰਦੇ ਭਾਈ ਮੁਗਲੂ ਕੀ ਸੋਚ ਰਿਹਾ? ਕਹਿੰਦਾ ਪਾਤਸ਼ਾਹ ਸੱਚ ਦੱਸੋ, ਤੇ ਇਹ ਸੋਚ ਰਿਹਾ ਕਿ ਜਿਹੜੇ ਸਿੱਖਾਂ ਦੇ ਤੁਸੀਂ ਅੰਤਮ ਸੰਸਕਾਰ ਕੀਤੇ ਆ ਨਾ, ਇਹਨਾਂ ਨੂੰ ਕਿੰਨਾ ਪਿਆਰ ਮਿਲਿਆ ਕਿ ਅੰਤਮ ਸਮੇਂ ਇਹਨਾਂ ਦਾ ਸਿਰ ਤੁਹਾਡੀ ਗੋਦ ਦੇ ਵਿੱਚ ਸੀ। ਤੇ ਗੁਰੂ ਸਾਹਿਬ ਕਹਿੰਦੇ ਤੂੰ ਕੀ ਚਾਹੁੰਦਾ? ਕਹਿੰਦੇ ਮੈਂ ਇਹ ਚਾਹੁੰਦਾ ਕਿ ਜਦੋਂ ਮੇਰਾ ਅੰਤਮ ਸਮਾਂ ਹੋਵੇ ਨਾ, ਮੇਰਾ ਸਿਰ ਵੀ ਗੁਰੂ ਦੀ ਗੋਦ ਦੇ ਵਿੱਚ ਹੋਵੇ। ਭਾਈ ਮੁਗਲੂ ਤੇ ਜੇ ਜਿੰਦਾ ਹੈ, ਛੇਵੇਂ ਪਾਤਸ਼ਾਹ ਵੀ ਜੋਤੀ ਜੋਤ ਸਮਾ ਗਏ, ਸੱਤਵੇਂ ਪਾਤਸ਼ਾਹ ਵੀ ਜੋਤੀ ਜੋਤ ਸਮਾ ਗਏ, ਅੱਠਵੇਂ ਪਾਤਸ਼ਾਹ ਬਹੁਤ ਛੋਟੀ ਆਯੂ ਦੇ ਵਿੱਚ ਜੋਤੀ ਜੋਤ ਸਮਾ ਗਏ, ਤੇ ਹੁਣ ਨੌਵੇਂ ਪਾਤਸ਼ਾਹ ਦਾ ਸਮਾਂ ਹੈ। ਤੇ ਨੌਵੇਂ ਪਾਤਸ਼ਾਹ ਜਿਸ ਵੇਲੇ ਤਲਵੰਡੀ ਸਾਬੋ ਦੇ ਇਲਾਕੇ ਦੇ ਵਿੱਚ ਗਏ ਨੇ, ਤਾਂ ਇੱਕਦਮ ਆਪਣੇ ਸਿੱਖਾਂ ਨੂੰ ਕਹਿੰਦੇ ਨੇ ਕਿ ਜਲਦੀ ਘੋੜਾ ਕੱਢੋ, ਇੱਕ ਸਿੱਖ ਦੇ ਘਰ ਜਾਣਾ। ਘੋੜਾ ਕੱਢਿਆ, ਉਸ ਸਿੱਖ ਦੇ ਘਰ ਗਏ। ਬਜ਼ੁਰਗ ਹੋ ਚੁੱਕਾ ਸੀ ਭਾਈ ਮੁਗਲੂ, ਅੰਤਮ ਸਵਾਸ ਸੀ। ਘੋੜੇ ਤੋਂ ਉਤਰੇ ਤੇ ਕਹਿੰਦੇ ਭਾਈ ਮੁਗਲੂ, ਤੇਰੀ ਇੱਛਾ ਸੀ ਨਾ ਕਿ ਮੇਰਾ ਅੰਤਮ ਸਮਾਂ ਗੁਰੂ ਦੀ ਗੋਦ ਦੇ ਵਿੱਚ ਨਿਕਲੇ, ਤੇ ਮੈਂ ਤੇਰੀ ਉਹ ਇੱਛਾ ਪੂਰੀ ਕਰਨ ਵਾਸਤੇ ਆਇਆ। ਜਿਹੜੀ ਇੱਛਾ ਤੂੰ 6ਵੇਂ ਜਾਮੇ ਦੇ ਵਿੱਚ ਮੇਰੇ ਕੋਲੋਂ ਮੰਗੀ ਸੀ ਨਾ, ਮੈਂ 9ਵੇਂ ਜਾਮੇ ਦੇ ਵਿੱਚ ਤੇਰੀ ਉਸ ਇੱਛਾ ਨੂੰ ਸੰਪੂਰਨ ਕਰਨ ਵਾਸਤੇ ਆਇਆ। ਜਿਸ ਮੰਜੀ ਦੇ ਉੱਪਰ ਬਜ਼ੁਰਗ ਔਰ ਅੰਤਮ ਸਵਾਸਾਂ ਦੇ ਉੱਪਰ ਭਾਈ ਮੁਗਲੂ ਪਿਆ ਸੀ, ਗੁਰੂ ਸਾਹਿਬ ਉੱਥੇ ਬੈਠਦੇ ਨੇ, ਉਹਦਾ ਸਿਰ ਆਪਣੀ ਗੋਦ 'ਚ ਰੱਖਦੇ ਨੇ, ਤੇ ਉਹਦੇ ਪ੍ਰਾਣ ਪਖੇਰ ਉੱਡ ਜਾਂਦੇ ਨੇ। ਇਸੇ ਤਰ੍ਹਾਂ ਜਦੋਂ ਗੁਰੂ ਸਾਹਿਬ ਅਨੰਦਪੁਰ ਸਾਹਿਬ ਸਨ, ਤੇ ਅਨੰਦਪੁਰ ਸਾਹਿਬ ਤਰਾਵੜੀ ਤੁਹਾਡੇ ਨੇੜੇ, ਇੱਕ ਸਿੱਖ ਗਿਆ ਗੁਰੂ ਸਾਹਿਬ ਦੇ ਕੋਲ। ਕੁਝ ਇਤਿਹਾਸਕਾਰਾਂ ਨੇ ਉਸਦਾ ਨਾਮ ਭਾਈ ਰਾਮਾ ਜੀ ਲਿਖਿਆ, ਕੁਝ ਇਤਿਹਾਸਕਾਰਾਂ ਨੇ ਹੋਰ ਲਿਖਿਆ, ਪਰ ਇਤਿਹਾਸ ਦੇ ਵਿੱਚ ਉਹਦਾ ਜ਼ਿਕਰ ਜ਼ਰੂਰ ਮਿਲਦਾ ਹੈ। ਗੁਰੂ ਸਾਹਿਬ ਦੇ ਕੋਲ ਜਾ ਕੇ ਅਨੰਦਪੁਰ ਸਾਹਿਬ ਰਿਹਾ, ਤੇ ਜਦੋਂ ਅਨੰਦਪੁਰ ਸਾਹਿਬ ਤੋਂ ਆਉਣ ਲੱਗਾ ਤੇ ਗੁਰੂ ਪਾਤਸ਼ਾਹ ਕਹਿੰਦੇ ਕਿ ਸਿੱਖਾ ਕੋਈ ਮੰਗ? ਕਹਿੰਦਾ ਪਾਤਸ਼ਾਹ ਇੱਕ ਮੰਗ ਹੈ, ਮੈਂ ਹੈ ਤੇ ਬੜਾ ਗਰੀਬ, ਮੈਂ ਕੁਝ ਤੁਹਾਨੂੰ ਭੇਟਾ ਤਾਂ ਨਹੀਂ ਕਰ ਸਕਦਾ, ਪਰ ਮੇਰੀ ਜ਼ਿੰਦਗੀ ਦੀ ਇੱਕ ਇੱਛਾ ਹੈ ਕਿ ਕਿਤੇ ਮੇਰੇ ਗਰੀਬ ਖਾਨੇ ਦੇ ਵਿੱਚ ਇੱਕ ਰਾਤ ਬਿਤਾ ਦਿਓ। ਇੱਕ ਰਾਤ ਮੇਰੇ ਗਰੀਬ ਖਾਨੇ 'ਚ ਜ਼ਰੂਰ ਕਿਤੇ ਬਿਤਾ ਦਿਓ। ਪਾਤਸ਼ਾਹ ਕਹਿੰਦੇ ਆ ਕੁਛ ਵੀ ਹੋ ਜਾਵੇ, ਤੇਰੇ ਘਰ ਇੱਕ ਰਾਤ ਬਿਤਾਉਣ ਦੀ ਇੱਛਾ ਜ਼ਰੂਰ ਪੂਰੀ ਹੋਵੇਗੀ। ਪਾਤਸ਼ਾਹ ਮੈਂ ਪਲੰਘ ਤਿਆਰ ਕਰਕੇ ਰੱਖਾਂਗਾ, ਤੁਸੀਂ ਉਹਦੇ ਤੇ ਵਿਸ਼ਰਾਮ ਕਰਿਓ। ਪਾਤਸ਼ਾਹ ਨੇ ਕਿਹਾ ਬਿਲਕੁਲ। ਘਰ ਆ ਗਿਆ, ਉੱਪਰ ਇੱਕ ਕੀਮਤੀ ਦਸ਼ਾਲਾ ਵਿਛਾ ਦਿੱਤਾ, ਕੋਲ ਇੱਕ ਦੀਵਾ ਰੱਖਦਾ, ਰੋਜ਼ ਜਗਾਉਂਦਾ ਹੈ ਕਿ ਕਦੀ ਤਾਂ ਕਦੀ ਗੁਰੂ ਸਾਹਿਬ ਆਉਣਗੇ। ਰੋਜ਼ ਗੁਰੂ ਸਾਹਿਬ ਦੀ ਇੱਧਰ ਸ਼ਹਾਦਤ ਹੋ ਚੁੱਕੀ ਹੈ, ਉਹਨੂੰ ਨਹੀਂ ਪਤਾ। 3 ਸਿੱਖ, ਭਾਈ ਨਾਨੂ ਜੀ, ਭਾਈ ਉਦਾ ਜੀ, ਭਾਈ ਚੈਤਾ ਜੀ, 2 ਸਿੱਖ ਅੱਗੇ ਤੁਰ ਰਹੇ ਨੇ, ਪਿੱਛੇ ਭਾਈ ਚੈਤਾ ਜੀ ਗੁਰੂ ਸਾਹਿਬ ਦਾ ਸੀਸ ਇੱਕ ਖਾਰੀ ਦੇ ਵਿੱਚ ਲੈ ਕੇ, ਇੱਕ ਦੁਸ਼ਾਲੇ 'ਚ ਲਪੇਟ ਕੇ ਲੈ ਕੇ ਆ ਰਹੇ ਨੇ। ਤਰਾਵੜੀ ਪਹੁੰਚੇ ਤੇ ਹਨੇਰਾ ਹੋ ਗਿਆ, ਔਰ ਕੁਦਰਤਨ ਗੁਰੂ ਸਾਹਿਬ ਦਾ ਸੀਸ ਗੋਦ ਦੇ ਵਿੱਚ, ਤੇ ਜਿਸ ਸਿੱਖ ਨੇ ਕਿਹਾ ਸੀ ਕਿ ਮੇਰੇ ਘਰ ਵਿਸ਼ਰਾਮ ਕਰੋ, ਉਹਦੇ ਘਰ ਦੇ ਲਾਗੇ ਬੈਠੇ। ਹਨੇਰਾ ਜਿਹਾ ਹੋਇਆ, ਉਸਨੇ ਵੇਖਿਆ ਕਿ ਕੁਛ ਆਵਾਜ਼ ਆ ਰਹੀ ਝਾੜੀਆਂ ਦੇ ਵਿੱਚੋਂ। ਹੁਣ ਡਰ ਵੀ ਸੀ ਹਕੂਮਤ ਦਾ। ਜਦੋਂ ਉਹਨਾਂ ਝਾੜੀਆਂ ਦੇ ਕੋਲ ਗਿਆ ਤਾਂ ਉਸਨੇ ਕਿਹਾ ਕਿ
ਤੁਸੀਂ ਕੌਣ ਹੋ? ਜੇ ਉਹਦੇ ਬੋਲਣ ਤੋਂ, ਉਹਦੇ ਗੱਲ ਕਰਨ ਦੇ ਅੰਦਾਜ਼ ਤੋਂ ਭਾਈ ਜੈਤਾ ਜੀ ਨੂੰ ਇੰਜ ਲੱਗਾ ਕਿ ਇਹ ਜ਼ਰੂਰ ਕੋਈ ਧਰਮੀ ਪੁਰਸ਼ ਹੈ, ਤੇ ਉਸਨੇ ਦੱਸ ਦਿੱਤਾ ਕਿ ਮੈਂ ਗੁਰੂ ਸਾਹਿਬ ਦਾ ਸਿੱਖ ਹਾਂ। ਤੇ ਉਸਨੇ ਕਿਹਾ, ਧੰਨ ਭਾਗ, ਮੈਂ ਵੀ ਤਾਂ ਗੁਰੂ ਸਾਹਿਬ ਦੇ ਕੋਲ ਆਨੰਦਪੁਰ ਸਾਹਿਬ ਗਿਆ ਸੀ, ਤੇ ਗੁਰੂ ਸਾਹਿਬ ਨੇ ਕਿਹਾ ਸੀ ਕਿਸੇ ਦਿਨ ਤੇਰੇ ਘਰ ਆਉਣਾ ਹੈ, ਤੇ ਮੈਂ ਤੇ ਉਦੋਂ ਨਾਲ ਉਡੀਕ ਰਿਹਾ, ਗੁਰੂ ਸਾਹਿਬ ਜ਼ਰੂਰ ਮੇਰੇ ਘਰ ਆਉਣਗੇ। ਉਹਨੂੰ ਨਹੀਂ ਪਤਾ ਸ਼ਹੀਦ ਹੋ ਚੁੱਕੇ ਨੇ। ਭਾਈ ਜੈਤਾ ਜੀ ਕਹਿੰਦੇ ਨੇ, ਫਿਰ ਤੇਰੇ ਘਰ ਦੇ ਵਿੱਚ ਮੈਂ ਅੱਜ ਟਿਕਾਣਾ ਕਰ ਸਕਦਾ? ਮੈਂ ਆਨੰਦਪੁਰ ਸਾਹਿਬ ਜਾ ਰਿਹਾ। ਉਸਨੇ ਸੋਚਿਆ ਗੁਰੂ ਸਾਹਿਬ ਦੇ ਦੀਦਾਰ ਕਰਨ ਵਾਸਤੇ ਜਾ ਰਿਹਾ। ਭਾਈ ਜੈਤਾ ਜੀ ਗੁਰੂ ਸਾਹਿਬ ਦਾ ਸੀਸ ਲੈ ਕੇ ਉਹਦੇ ਘਰ। ਹੁਣ ਉਹਨੂੰ ਨਹੀਂ ਪਤਾ ਕਿ ਖਾਰੀ ਦੇ ਵਿੱਚ, ਇਸ ਦੁਸ਼ਾਲੇ ਦੇ ਵਿੱਚ ਕੀ ਲਪੇਟਿਆ ਹੋਇਆ। ਜਦੋਂ ਉਹ ਗੁਰੂ ਸਾਹਿਬ ਦੀਆਂ ਗੱਲਾਂ ਕਰਦੇ ਨੇ ਆਪਸ ਦੇ ਵਿੱਚ, ਤੇ ਉਹ ਭਾਈ ਜੈਤਾ ਜੀ ਨੂੰ ਪਤਾ ਕੀ ਕਹਿੰਦਾ? ਕਹਿੰਦਾ ਕਿ ਮੈਂ ਵੀ ਗਿਆ ਸੀ ਗੁਰੂ ਸਾਹਿਬ ਦੇ ਕੋਲ, ਤੇ ਮੈਨੂੰ ਗੁਰੂ ਸਾਹਿਬ ਨੇ ਕਿਹਾ ਸੀ ਕਿ ਮੈਂ ਇੱਕ ਰਾਤ ਤੇਰੇ ਘਰ ਜ਼ਰੂਰ ਟਿਕਾਂਗਾ, ਤੇ ਮੈਂ ਉਡੀਕ ਰਿਹਾ ਕਿ ਕਦੀ ਤਾਂ ਕਦੀ ਗੁਰੂ ਸਾਹਿਬ ਆਉਣਗੇ। ਤੇ ਭਾਈ ਜੈਤਾ ਜੀ ਕਹਿੰਦੇ ਨੇ, ਭਾਈ ਸਾਹਿਬ, ਜੇ ਗੁਰੂ ਸਾਹਿਬ ਤੁਹਾਡੇ ਘਰ ਸੱਚਮੁੱਚ ਆ ਜਾਣ ਅੱਜ, ਤਾਂ ਕੀ ਕਰੋਗੇ? ਕਹਿੰਦੇ, ਆ ਵੇਖ, ਸਿੱਖਾਂ ਮੈਂ ਪਲੰਘ ਤਿਆਰ ਕੀਤਾ, ਮੈਂ ਇਹਦੇ ਉੱਪਰ ਦਸ਼ਾਲਾ ਵਿਛਾਇਆ, ਗੁਰੂ ਸਾਹਿਬ ਇੱਥੇ ਬਿਰਾਜਮਾਨ ਹੋਣਗੇ। ਇੰਨਾ ਕਹਿੰਦੇ ਭਾਈ ਜੈਤਾ ਜੀ ਨੇ ਸੀਸ ਜਿਹੜਾ ਲਪੇਟਿਆ ਸੀ ਉੱਪਰ ਰੱਖ ਦਿੱਤਾ। ਅਜੇ ਵੀ ਨਹੀਂ ਪਤਾ। ਕਹਿੰਦਾ ਗੁਰੂ ਸਾਹਿਬ ਆ ਗਏ। ਕਹਿੰਦਾ ਕਿੱਥੇ? ਖੁਸ਼ ਹੋ ਕੇ। ਤੇ ਭਾਈ ਜੈਤਾ ਜੀ ਨੇ ਉਹ ਦਸ਼ਾਲਾ ਖੋਲ ਦਿੱਤਾ, ਤੇ ਖੂਨ ਦੇ ਨਾਲ ਲੱਥਪੱਥ ਸੀਸ। ਉਸ ਰਾਤ ਭਾਈ ਜੈਤਾ ਜੀ ਨੇ ਗੁਰੂ ਸਾਹਿਬ ਦਾ ਸੀਸ ਲੈ ਕੇ ਤਰਾਵੜੀ ਇਸ ਸਿੱਖ ਦੇ ਘਰ ਵਿਸ਼ਰਾਮ ਕੀਤਾ। ਸੋ ਗੁਰੂ ਸਾਹਿਬ ਨੂੰ ਸਿੱਖ ਨੇ ਕਿਹਾ ਸੀ ਕਿ ਪਾਤਸ਼ਾਹ, ਤੁਸੀਂ ਇੱਕ ਰਾਤ ਮੇਰੇ ਘਰ ਵਿਸ਼ਰਾਮ ਕਰਿਓ। ਤੇ ਭਾਈ ਜੈਤਾ ਕਹਿ ਰਿਹਾ ਕਿ ਵੇਖ, ਗੁਰੂ ਨੇ ਤਾਂ ਸ਼ਹਾਦਤ ਤੋਂ ਬਾਅਦ ਵੀ ਆਪਣਾ ਬਚਨ ਪੁਕਾ ਦਿੱਤਾ ਹੈ। ਗੁਰੂ ਸਾਹਿਬ ਨੇ ਤਾਂ ਸ਼ਹਾਦਤ ਤੋਂ ਬਾਅਦ ਵੀ ਜਿਹੜਾ ਤੈਨੂੰ ਪ੍ਰਣ ਕੀਤਾ ਸੀ, ਜੋ ਤੈਨੂੰ ਬਚਨ ਦਿੱਤਾ ਸੀ, ਉਹ ਤਾਂ ਗੁਰੂ ਸਾਹਿਬ ਨੇ ਫਿਰ ਵੀ ਪੁਕਾ ਦਿੱਤਾ ਹੈ। ਸੋ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੇ ਬਾਰੇ ਕੁਝ ਗੱਲਾਂ ਬੜੀਆਂ ਅਹਿਮ ਨੇ। ਉਹ ਗੱਲਾਂ ਅਹਿਮ ਇਸ ਕਰਕੇ ਨੇ ਕਿ ਅਕਸਰ ਸਾਨੂੰ ਸਟੇਜਾਂ ਦੇ ਉੱਪਰੋਂ ਇੱਕ ਗੱਲ ਸੁਣਾਈ ਜਾਂਦੀ ਹੈ ਕਿ ਜਿਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਲੈ ਕੇ ਭਾਈ ਜੈਤਾ ਜੀ ਜਾਂਦੇ ਨੇ, ਤੇ ਗੁਰੂ ਸਾਹਿਬ, ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹੜੇ ਤੋਂ ਗੋਬਿੰਦ ਰਾਏ ਨੇ, ਮਾਤਾ ਜੀ ਦੇ ਨਾਲ ਸੀਸ ਨੂੰ ਲੈਣ ਦੇ ਵਾਸਤੇ ਸੰਗਤ ਦੇ ਨਾਲ ਅੱਗੇ ਜਾਂਦੇ ਨੇ। ਇੱਕ ਵਾਰਤਾਲਾਪ ਸਾਨੂੰ ਮੰਚ ਦੇ ਉੱਪਰੋਂ ਸੁਣਾਈ ਜਾਂਦੀ ਹੈ। ਉਹ ਇਹ ਹੈ ਕਿ ਸਵਾਲ ਕੀਤਾ ਜਾਂਦਾ ਹੈ ਗੋਬਿੰਦ ਰਾਏ ਜੀ ਦੇ ਵੱਲੋਂ ਕਿ ਤੁਸੀਂ ਇਕੱਲੇ ਹੀ ਸੀਸ ਲੈ ਕੇ ਆਏ ਹੋ, ਉੱਥੇ ਕੋਈ ਹੋਰ ਸਿੱਖ ਨਹੀਂ ਸੀ? ਅੱਗੋਂ ਜਵਾਬ ਇਹ ਸੁਣਾਇਆ ਜਾਂਦਾ ਹੈ, ਨਹੀਂ ਜੀ, ਉੱਥੇ ਕੋਈ ਸਿੱਖ ਨਹੀਂ ਸੀ, ਕੋਈ ਪਛਾਣ ਨਹੀਂ ਸੀ। ਤੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਕਿ ਮੈਂ ਐਸਾ ਪੰਥ ਸਜਾਵਾਂਗਾ ਜਿਹਦੀ ਪਛਾਣ ਵੱਖਰੀ ਹੋਵੇਗੀ। ਇਹ ਗੱਲ ਠੀਕ ਨਹੀਂ ਹੈ। ਉਹਦਾ ਕਾਰਨ ਇਹ ਹੈ ਕਿ ਕੇਸਾਂ ਦੀ ਅਹਿਮੀਅਤ ਤਾਂ ਗੁਰੂ ਨਾਨਕ ਸਾਹਿਬ ਨੇ ਉਸ ਵੇਲੇ ਇਸ ਧਰਮ ਦੇ ਵਿੱਚ ਸਮਝਾ ਦਿੱਤੀ ਸੀ, ਜਦੋਂ ਭਾਈ ਮਰਦਾਨਾ ਜੀ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਪਹਿਲੀ ਵਾਰੀ ਦਰਸ਼ਨ ਕਰਦੇ ਨੇ। ਮਰਦਾਨਾ ਜੀ ਮਰਾਸੀ ਪਰਿਵਾਰ ਦੇ ਵਿੱਚੋਂ। ਮਿਰਾਸ ਫਾਰਸੀ ਦਾ ਸ਼ਬਦ ਹੈ, ਜਿਸ ਦਾ ਭਾਵ ਹੁੰਦਾ ਹੈ ਲੋਕਾਂ ਦੀ ਉਸਤਤ ਕਰਨਾ, ਲੋਕਾਂ ਦੇ ਗੁਣਗਾਨ ਗਾਉਣੇ। ਬੜੀ ਸੁੰਦਰ ਆਵਾਜ਼ ਦੇ ਵਿੱਚ ਮਰਦਾਨਾ ਜੀ ਬੜੀ ਸੋਹਣੀ ਰਬਾਬ ਵਜਾ ਕੇ ਲੋਕਾਂ ਦੀ ਉਸਤਤ ਕਰਦੇ ਨੇ, ਤੇ ਘਰ ਪਰਿਵਾਰ ਚੱਲਦਾ ਹੈ। ਜਦੋਂ ਗੁਰੂ ਨਾਨਕ ਸਾਹਿਬ ਉਸ ਆਵਾਜ਼ ਨੂੰ ਸੁਣਦੇ ਨੇ ਤੇ ਕਹਿੰਦੇ ਨੇ, ਮਰਦਾਨਿਆ ਕੀ ਕਰਦਾ? ਰਬਾਬ ਵਜਾਉਣਾ, ਗਾਉਣਾ ਕੀ ਹੈ? ਲੋਕਾਂ ਦੀ ਤਾਰੀਫ। ਪਰ ਕਹਿੰਦੇ ਜੇਕਰ ਇਸੇ ਰਬਾਬ ਦੇ ਨਾਲ ਪ੍ਰਮਾਤਮਾ ਦੀ ਤਾਰੀਫ ਕਰੇ ਤਾਂ ਫਿਰ ਸ਼ਬਦ ਦਾ ਤੇ ਸੰਗੀਤ ਦਾ ਤਾਂ ਵੱਖਰਾ ਹੀ ਆਨੰਦ ਹੋਵੇਗਾ ਨਾ। ਤੇ ਮਰਦਾਨਾ ਜੀ ਅੱਗੋਂ ਕਹਿੰਦੇ ਨੇ, ਬਾਬਾ ਰੋਟੀ ਕਿੱਥੋਂ ਖਾਣੀ? ਜਨਮ ਸਾਖੀ ਦੇ ਸ਼ਬਦ ਨੇ, ਬਾਬਾ ਰੋਟੀ ਕਿੱਥੋਂ ਖਾਣੀ ਹੈ? ਜਦੋਂ ਮੈਂ ਅਮੀਰਾਂ ਦੀ ਸਿਫਤ ਕਰਦਾ ਤਾਂ ਉਹ ਤਾਂ ਮੈਨੂੰ ਪੈਸੇ ਦਿੰਦੇ ਨੇ, ਉਹਦੇ ਇਵਜ਼ ਦੇ ਵਿੱਚ ਮੈਂ ਉਹਨਾਂ ਦੀ ਤਾਰੀਫ ਕਰਦਾ, ਉਹਨਾਂ ਦੇ ਗੀਤ ਗਾਉਣਾ, ਤੇ ਬਾਬਾ ਰੱਬ ਦੀ ਸਿਫਤ ਕਰਕੇ ਰੋਟੀ ਕਿੱਥੋਂ ਖਾਣੀ ਹੈ? ਤੇ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਕਹਿੰਦੇ, ਮਰਦਾਨਿਆਂ, ਰੋਟੀ ਮੈਂ ਦੇਵਾਂਗਾ, ਤੇਰੇ ਘਰ ਪਰਿਵਾਰ ਦੇ ਵਿੱਚ ਰੋਟੀ ਦੀ ਕੋਈ ਚਿੰਤਾ ਨਹੀਂ ਹੈ, ਪਰ ਤੂੰ ਮੇਰੇ ਨਾਲ ਰਹਿਣਾ ਹੈ ਤੇ ਹਮੇਸ਼ਾ ਉਸ ਪਰਮਾਤਮਾ ਦੀ ਸਿਫਤ ਨੂੰ ਹੀ ਗਾਉਣਾ ਹੈ।